ਬਵਾਸੀਰ ਕੀ ਹੁੰਦਾ, ਫਿਸ਼ਰ ਕੀ ਹੁੰਦਾ, ਬਗੰਦਰ ਕੀ ਹੁੰਦਾ ਹੈ ਨਾ। ਇਸ ਬਾਰੇ ਕਲੈਰਿਟੀ ਜ਼ਰੂਰ ਦਿਓ, ਲੋਕਾਂ ਨੂੰ ਕਨਫਿਊਜ਼ਨ ਬੜੀ ਰਹਿੰਦੀ ਹੈ ਇਹਨਾਂ ਸ਼ਬਦਾਂ 'ਚ। लोग शर्माते हैं, घबराते हैं। इसमें हम डिजिटल जांच करते हैं कैम्पस्कोप से, जो आप ये मशीन देख रहे हैं। हमारे हॉस्पिटल में किसी प्रकार का कोई ऑपरेशन नहीं होता, डे केयर प्रोसीजर होता है। हमारे यहाँ बिल्कुल गारंटी से इलाज करते हैं। अगर जीवन भविष्य में दोबारा प्रॉब्लम कभी आती है, बिल्कुल निःशुल्क इलाज दिया जाएगा। बवासीर फर्स्ट, सेकंड, थर्ड, फोर्थ ग्रेड की पाइल्स को 10 से 12 मिनट के अंदर बिल्कुल जड़ से उपचार कर दिया जाता है। सबसे बेस्ट टेक्नोलॉजी पूरे वर्ल्ड में। ਜਿਹੜੀਆਂ ਮਾਵਾਂ ਨੇ ਜਾਂ ਘਰ 'ਚ ਔਰਤਾਂ ਨੇ ਉਹ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਜਾਂਚਣ, ਕਿਉਂਕਿ ਇਹ ਬੜਾ ਜ਼ਰੂਰੀ ਹੈ। ਕਿਉਂਕਿ ਰੈਕਟਲ ਪੋਲਿਪ ਹੈ ਜਿਹੜਾ ਉਹ ਤਾਂ ਬਹੁਤ ਹੀ ਕਾਮਨ ਹੈ ਬੱਚਿਆਂ ਦੇ ਵਿੱਚ। ਡਾਈਪਰਸ ਯੂਜ਼ ਕਰ ਰਹੇ ਹੋ ਉਹਨੂੰ ਟਾਈਮਲੀ ਤੁਸੀਂ ਆਫਟਰ 2 ਆਵਰਸ ਜਿਹੜਾ ਹੈ ਚੇਂਜਿੰਗ ਜ਼ਰੂਰੀ ਹੈ। ਕਿ ਸਰੀਰ ਤੁਹਾਡਾ ਆਪਣਾ ਹੈ, ਸਿਹਤ ਤੁਹਾਡੀ ਆਪਣੀ ਹੈ। ਜੇਕਰ ਤੁਸੀਂ ਇਸ ਦਾ ਧਿਆਨ ਨਹੀਂ ਰੱਖੋਗੇ ਤਾਂ ਦੁਨੀਆ ਦਾ ਕੋਈ ਵੀ ਸ਼ਖਸ ਇਸ ਦਾ ਧਿਆਨ ਨਹੀਂ ਰੱਖੇਗਾ। ਇੱਕ ਕਹਾਵਤ ਹੈ ਕਿ ਜਿਸਨੇ ਕੀਤੀ ਸ਼ਰਮ ਉਸਦੇ ਫੁੱਟੇ ਕਰਮ। ਹਾਲਾਂਕਿ ਸਹਿਜੇ ਸੁਭਾਅ ਦੇ ਵਿੱਚ ਅਸੀਂ ਇਹ ਗੱਲ ਅਕਸਰ ਸਮਾਜ ਦੇ ਵਿੱਚ ਕਹਿੰਦੇ ਹਾਂ ਤੇ ਸੁਣਦੇ ਹਾਂ, ਪਰ ਸਾਡੇ ਸਮਾਜ ਦੇ ਵਿੱਚ ਬਹੁਤ ਵੱਡਾ ਤਬਕਾ ਜੇ ਹੈ ਜੋ ਆਪਣੀਆਂ ਨਿੱਜੀ ਪਰੇਸ਼ਾਨੀਆਂ, ਨਿੱਜੀ ਬਿਮਾਰੀਆਂ ਨੂੰ ਲੈ ਕੇ ਸ਼ਰਮ ਜ਼ਰੂਰ ਮਹਿਸੂਸ ਕਰਦਾ ਹੈ ਤੇ ਇਹ ਸ਼ਰਮ ਉਸ ਦੇ ਲਈ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ, ਬਹੁਤ ਜ਼ਿਆਦਾ ਤਕਲੀਫਾਂ ਵੀ ਪੈਦਾ ਕਰ ਸਕਦੀ ਹੈ। ਇਹਨਾਂ ਦੇ ਵਿੱਚੋਂ ਇੱਕ ਹੈ ਬਵਾਸੀਰ। ਬਵਾਸੀਰ ਬਹੁਤ ਸਾਰੀ ਆਬਾਦੀ ਨੂੰ ਹੈ, ਬਹੁਤ ਸਾਰੀ ਗਿਣਤੀ ਦੇ ਵਿੱਚ ਲੋਕਾਂ ਨੂੰ ਇਸ ਕਰਕੇ ਪਰੇਸ਼ਾਨੀ ਹੈ। ਇਸੇ ਕਰਕੇ ਇਸ ਦੇ ਨਾਲ ਸੰਬੰਧਿਤ ਬਹੁਤ ਸਾਰੇ ਸਾਡੇ ਮਨ ਦੇ ਵਿੱਚ ਸਵਾਲ ਨੇ ਤੇ ਬਹੁਤ ਸਾਰੇ ਅਜਿਹੇ ਜਵਾਬ ਜੋ ਤੁਹਾਨੂੰ ਮਿਲਣਗੇ ਉਹ ਤੁਹਾਡੇ ਲਈ ਤੇ ਤੁਹਾਡੇ ਜਾਣਨ ਵਾਲਿਆਂ ਦੇ ਲਈ ਫਾਇਦੇਮੰਦ ਹੋਣਗੇ। ਤੇ ਆਓ ਚੱਲਦੇ ਹਾਂ ਡਾਕਟਰ ਸਾਹਿਬ ਹੋਰਾਂ ਨਾਲ ਗੱਲਬਾਤ ਕਰਨ ਤੇ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਜੋ ਤੁਹਾਡੇ ਮਨਾਂ ਦੇ ਵਿੱਚ ਉੱਠਦੇ ਨੇ। ਤੇ ਆਓ ਚੱਲਦੇ ਹਾਂ। ਆਓ ਡਾਕਟਰ ਸਾਹਿਬ ਨਾਲ ਗੱਲ ਕਰੀਏ ਤੇ ਬਹੁਤ ਸਾਰੇ ਸਵਾਲਾਂ ਦੇ ਅਸੀਂ ਜਵਾਬ ਲਈਏ। ਮੇਰੇ ਹੱਥ 'ਚ ਇਹ ਸਵਾਲਾਂ ਦੀ ਲੰਬੀ ਲਿਸਟ ਹੈ। ਡਾਕਟਰ ਰਾਹੁਲ ਜੋ ਕਿ ਜਨਤਾ ਪਾਇਲਸ ਹਸਪੀਟਲ ਦੇ ਕਰਤਾ ਧਰਤਾ ਨੇ। ਡਾਕਟਰ ਰਾਹੁਲ, ਇਹ ਇਸ ਤਰ੍ਹਾਂ ਦੀ ਸਮੱਸਿਆ ਹੈ ਕਿ ਇਹ ਜਦੋਂ ਵਿਗੜ ਜਾਂਦੀ ਹੈ ਉਦੋਂ ਲੋਕ ਡਾਕਟਰ ਲੱਭਣਾ ਸ਼ੁਰੂ ਕਰ ਦਿੰਦੇ ਆ। ਉਸ ਤੋਂ ਪਹਿਲਾਂ ਲੋਕ ਛੁਪਾਉਣ ਦੀ ਕੋਸ਼ਿਸ਼ ਕਰਦੇ ਆ, ਚਾਹੇ ਉਹ ਸ਼ਰਮ ਹੋਵੇ, ਚਾਹੇ ਆਪਣੇ ਪਰਿਵਾਰ 'ਚ ਵੀ ਨਹੀਂ ਦੱਸਦੇ। लोग शर्माते हैं, घबराते हैं, शर्म मानते हैं कि गलत बीमारी, पर ऐसा कुछ नहीं है। इसकी क्योंकि होती खाने पीने के कारण, टाइम से ना सोना, लेट सेवन करना, गर्म मसाला ज़्यादा यूज करना, मोबाइल का यूज करना, गर्म मेडिसिन लेने से पाइल्स की प्रॉब्लम बनती है। पाइल्स आज के टाइम में कॉमन डिजीज़ हो गई है। पाइल्स के जो लक्षण की बात की जाए, गुदा में जलन रहना, दर्द रहना, खून आना, चुभन रहना, पेट साफ ना आना, कब्जी रहना, ये पाइल्स के लक्षण हैं। मोस्टली पेशेंट को ये नहीं पता होता पाइल्स होती क्या है। कई बार लैट्रिन करते मांस का फूल के बाहर आना, वो ही पाइल्स के लक्षण होते हैं। ਕਿਸੇ ਏਜ ਗਰੁੱਪ ਦੇ ਨਾਲ ਰਿਲੇਟਡ ਹੈ ਜਾਂ ਇਹ ਕਿਸੇ ਵੀ ਏਜ ਵਾਲੇ ਨੂੰ ਹੋ ਸਕਦਾ ਹੈ? ये जो प्रॉब्लम है किसी भी एज में हो सकती है। ये बीमारी पूछ के नहीं आती। ਜਨਤਾ ਪਾਇਲਸ ਹਸਪੀਟਲ ਜੋ ਮਾਈਲਸਟੋਨ ਹਾਸਿਲ ਕੀਤਾ ਇਸਨੇ, ਔਰ ਅਸੀਂ ਜੋ ਬਾਹਰ ਜਦੋਂ ਅਸੀਂ ਐਂਟਰ ਕੀਤਾ ਤਾਂ ਬਹੁਤ ਸਾਰੀ ਮਤਲਬ ਤੁਸੀਂ ਵੀ ਸਾਨੂੰ ਸਮਾਂ ਲੇਟ ਹੀ ਦਿੱਤਾ ਹੈ ਕਿਉਂਕਿ ਇੰਨੇ ਸਾਰੇ ਪੇਸ਼ੈਂਟ ਤੁਹਾਡੇ ਕੋਲ ਸੀ ਕਿ ਤੁਹਾਡੇ ਕੋਲ ਵੇਲ ਨਹੀਂ ਹੈ। ਤਾਂ ਸਹੀ ਥਾਂ 'ਤੇ ਜਨਤਾ ਪਾਇਲਸ ਹਸਪੀਟਲ ਕੋਲ ਲੋਕ ਪਹੁੰਚਣ ਔਰ ਉਹਨਾਂ ਦੇ ਲਈ ਇਸ ਹਸਪੀਟਲ ਦੇ ਵਿੱਚ ਕਿਸ ਤਰ੍ਹਾਂ ਦੀ ਫੈਸਿਲਿਟੀਜ਼ ਨੇ, ਸਪੈਸ਼ਲਿਟੀਜ਼ किस तरह ਦੀਆਂ ਨੇ? हमारे हॉस्पिटल में फैसिलिटीज़ की बात की जाए, हमारे यहाँ जो पेशेंट आता है 200 रुपये की स्लिप कटती है, जिसमें हम डिजिटल जांच करते हैं कैम्पस्कोप से। जो आप ये मशीन देख रहे हैं, ये डिजिटल मशीन है हमारी कैम्पस्कोप। इसे डालने से ये पता लग जाता है कि पेशेंट को कौन सी ग्रेड की पाइल्स है, पहली स्टेज की है, सेकंड स्टेज की है, थर्ड स्टेज की, फोर्थ स्टेज की है। कि नॉर्मल डॉक्टर क्या होते हैं, ग्लव्स पहन के जेरी लगा के बताते हैं इतने गांठें हैं। हम क्या डीप देखते हैं, प्रॉपर जांच होती है, इन्वेस्टिगेशन होती है, रिपोर्ट होती है। ਬਹੁਤ ਸਾਰੇ ਲੋਕ ਕਨਫਿਊਜ਼ ਰਹਿੰਦੇ ਨੇ ਕਿ ਟਰਮਸ ਕਿਹੜੀਆਂ ਹੁੰਦੀਆਂ ਨੇ, ਬਵਾਸੀਰ ਕੀ ਹੁੰਦਾ, ਫਿਸ਼ਰ ਕੀ ਹੁੰਦਾ, ਬਗੰਦਰ ਕੀ ਹੁੰਦਾ ਹੈ ਨਾ। ਇਸ ਬਾਰੇ ਕਲੈਰਿਟੀ ਜ਼ਰੂਰ ਦਿਓ, ਲੋਕਾਂ ਨੂੰ ਕਨਫਿਊਜ਼ਨ बड़ी रहती है ਇਹਨਾਂ ਸ਼ਬਦਾਂ 'ਚ। तो बवासीर के बारे में तो हमने वही बात की। हम आपको बताना चाहेंगे फिशर के बारे में। फिशर जो होता है मल द्वार के रास्ते लैटिन टाइट आने से, जोर के लगने से गुदा में जख्म का हो जाना, उसको बोलते हैं फिशर। जिससे पेशेंट को जलन, दर्द, चुभन, मिर्ची सी लगी रहती है। कई बार लैट्रिन मुलायम आती है तो ऑटोमेटिक ठीक भी हो जाता है। ठीक का मतलब बीमारी पूरी तरह से चली गई। मोस्टली ये जो प्रॉब्लम होती है फिशर की कब से कारण होती है, पेट की गर्मी के कारण, ये लीवर की गर्मी के कारण सर्दी के मौसम में अक्सर देखी जाती है। ये जेट का यूज करने से जो पानी का प्रेशर फ्लो होता है उसके कारण भी छिल जाता है जख्म, उसको बोलते हैं फिशर। और ये बताना चाहूँगा बगंदर के बारे में, मलद्वार के बाहर पुंसिका बन जाना, जिसमें पानी के साथ पीप, रेशा या मुआद बोलिए उसका आना,
कभी आएगा कभी बंद हो जाएगा, उसको बोलते हैं फिस्टुला। उसकी एक ओपनिंग बाहर होती है एक्सटर्नल, एक ओपनिंग होती है इंटरनल, ठीक है। जैसे पौधे की जड़ होती है उस तरह से ब्रांचेस फैली होती है। बगंदर बनने का कारण होता है गंदगी के कारण, अनहाइजीन होने के कारण, बालों के इन्फेक्शन के कारण, या टाइट जीन्स पहनने के कारण, पसीना आने के कारण। ਜੋ ਲੋਕ ਇਹ ਦੇਖ ਰਹੇ ਆ ਉਹਨਾਂ ਦੇ ਮਨ 'ਚ ਇਹ ਹੈ ਕਿ ਤੇ ਬੜਾ ਪੇਨਫੁਲ ਹੋਏਗਾ, ਬਹੁਤ ਇਹਦੇ ਵਿੱਚ ਸਮੱਸਿਆਵਾਂ ਆਉਣਗੀਆਂ ਜਦੋਂ ਅਸੀਂ ਚੈੱਕਅਪ ਵੀ ਕਰਾਉਣ ਜਾਂਦੇ ਆ। ਤੁਹਾਡੇ ਹਸਪੀਟਲ ਦੇ ਵਿੱਚ ਜਦੋਂ ਇਸ ਦਾ ਇਲਾਜ ਹੁੰਦਾ ਹੈ ਤਾਂ ਕਿਸ ਤਰ੍ਹਾਂ ਦੀ ਟੈਕਨੀਕਸ ਤੁਸੀਂ ਯੂਜ਼ ਕਰਦੇ ਹੋ ਔਰ ਤਾਂ ਕਿ पेशेंट्स कंफर्टेबल रहे? देखो, पहले तो बताना चाहूँगा हमारे हॉस्पिटल में किसी प्रकार का कोई ऑपरेशन नहीं होता, डे केयर प्रोसीजर होता है। जहाँ भी आप जाएंगे किसी भी हॉस्पिटल में 24 आवर के लिए एडमिट करते हैं, रीढ़ का डिम इंजेक्शन भी लगाते हैं, जलन अतिशय भी देते हैं और ऑपरेशन भी करते हैं। ऑपरेशन इज़ द नॉट परमानेंट सोल्यूशन। ऑपरेशन से 70 से 80% दोबारा 6 महीने बाद, 3 महीने बाद या 8 महीने मैक्सिमम दोबारा होने की संभावना ज़्यादा रहती है। हमारे यहाँ बिल्कुल गारंटी से इलाज करते हैं। अगर जीवन भविष्य में दोबारा प्रॉब्लम कभी आती है, बिल्कुल निःशुल्क इलाज दिया जाएगा। ये चीज़ हम कार्ड बना के देते हैं। और हमारे यहाँ हॉस्पिटल में लेजर द्वारा, जो कि पोलैंड की मशीन है, बवासीर फर्स्ट, सेकंड, थर्ड, 4 ग्रेड की पाइल्स को 10 से 12 मिनट के अंदर बिल्कुल जड़ से उपचार कर दिया जाता है। सप्ताह बाद एक बार जाँच के लिए बुलाते हैं, देखने के लिए, ताकि पेशेंट भी खुश रहते हैं, हम भी अच्छा रहता है देखना। दूसरा हमारे यहाँ होता है ठंडी मशीन द्वारा क्रायोथेरेपी। फर्स्ट या सेकंड ग्रेड पाइल्स को, मत्स्य को फ्रीज कर देते हैं, जिससे कि 4 दिन के अंदर मत्स्य जो होते हैं सूख जाते हैं। 5वें, 6ठे, 7वें दिन लैट्रिन से जड़ निकल जाती है ऑटोमेटिकली, वो भी बिना दर्द, बिना चीरफाड़, बिना दागे, बिना काट पीट के। तीसरी मशीन हमारे पास होती है जर्मन टेक्नोलॉजी IRC, इंफ्रा रेड कोंगुलेशन, किरणों द्वारा हीट दे के कोंगुलेट कर मत्स्य को जड़ से खत्म कर देते हैं। 3 टेक्नोलॉजी हमारे सबसे बेस्ट टेक्नोलॉजी है पूरे वर्ल्ड की। ਜਿਨ੍ਹਾਂ ਕੋਲ ਇਲਾਜ ਲਈ ਕਾਰਡ ਹੁੰਦੇ ਆ, ਰੀਇੰਬਰਸਮੈਂਟ ਕਈ ਲੋਕੀ ਲੈਣਾ ਚਾਹੁੰਦੇ ਆਪਣੇ ਇਲਾਜ ਦਾ, ਉਸ ਤਰ੍ਹਾਂ ਦੀ ਫੈਸਿਲਿਟੀ ਹੈ ਆਪਣੇ ਕੋਲ? हाँ जी, हमारे रीइंबर्समेंट की सुविधा है हर एक TPA को। ਰੈਕਟਲ ਸੀਏ ਦਾ ਪਤਾ ਕਿਵੇਂ ਕੀਤਾ ਜਾ ਸਕਦਾ, ਉਹ ਕਿਵੇਂ ਬਚਾ? ਇਹ ਰੈਕਟਲ ਸੀਏ ਕੀ ਹੈ? रेक्टल CA जो होता है गुदा में कैंसर को बोलते हैं रेक्टल CA, कैंसर। कैंसर जैसे कि उसका एक्स्ट्रा ग्रोथ का हो जाना, मांस का बढ़ जाना, जिसमें से गंदा गंदा ब्लड आएगा, बदबूदार आएगा, या जैसे दुर्गंध बदबूदार के साथ में उसमें स्मेल गंदी आएगी, ठीक है, या जैसे फूल की तरह उसका मांस का फूल के बाहर आना, ये गुदा कैंसर हो सकता है। अगर इसमें से आपको खून आ रहा है, या दर्द है, या जलन है, या सैन्य पेन है, तो एक बार आप जल्द से जल्द इसको जांच कराएं। लापरवाही बिल्कुल ना ਮਤਲਬ करें। ਲਾਪਰਵਾਹੀ ਦਾ ਮਤਲਬ ਤੁਸੀਂ ਕੈਂਸਰ ਦੀ ਸਟੇਜ ਤੱਕ ਵੀ ਪਹੁੰਚ ਸਕਦੇ ਹੋ ਇਸ ਮਾਮਲੇ 'ਚ। बिल्कुल। ਤਾਂ ਤੁਹਾਡੇ ਸੈਂਟਰਸ ਕਿੱਥੇ ਨੇ, ਕਿੰਨੇ 100 ਡਾਕਟਰਾਂ ਦੀ ਟੀਮ ਕੰਮ ਕਰਦੀ ਹੈ, ਕਿੰਨੇ ਪੇਸ਼ੈਂਟ ਦਾ ਤੁਸੀਂ ਇਲਾਜ ਕਰ ਚੁੱਕੇ ਹੋ, ਨੰਬਰ ਕਿੰਨਾ ਵੱਧ ਰਿਹਾ ਦਿਨੋਂ ਦਿਨ? देखो, हमारे यहाँ पहले देखते हैं तो पंजाब की बात की जाए, या दिल्ली की बात की जाए, या हरियाणा की बात की जाए, हिमाचल की बात की जाए, हर एक घर के साथ 2 से 3 पेशेंट पाइल्स के देखने को मिल रहे हैं हमें। जैसे शुगर प्रॉब्लम नॉर्मल हो गई है, हार्ट की प्रॉब्लम नॉर्मल हो गई है, कैल्शियम का नॉर्मल हो गया है, तो ऐसे ही पाइल्स कॉमन डिजीज़ हो गई है, क्योंकि खाने पीने के कारण होती है। इसकी जो तादाद है दिन प्रतिदिन बढ़ती जाने लग रही है। बिल्कुल। और हमारे हॉस्पिटल से भी सेंटरों में 17 से 18 लाख पेशेंट का सफलतापूर्वक इलाज हो चुका है। ਅਸੀਂ ਡਾਕਟਰ ਰਾਹੁਲ ਨਾਲ ਗੱਲ ਕੀਤੀ ਔਰ ਬਹੁਤ ਸਾਰੇ ਸਵਾਲਾਂ ਦਾ ਅਸੀਂ ਜਵਾਬ ਲਿਆ, ਤੇ ਡਾਕਟਰ ਸੁਖਵਿੰਦਰ ਕੌਰ ਵੀ ਸਾਡੇ ਨਾਲ ਮੌਜੂਦ ਨੇ, ਕਿਉਂਕਿ ਇਹਨਾਂ ਨਾਲ ਗੱਲ ਕਰਨਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਜਿਵੇਂ ਮੈਂ ਸ਼ੁਰੂ 'ਚ ਕਿਹਾ ਕਿ ਲੋਕ ਇਸ ਸਮੱਸਿਆ ਨੂੰ ਸ਼ਰਮ ਦਾ ਵਿਸ਼ਾ ਮੰਨਦੇ ਨੇ ਔਰ ਜਦੋਂ ਤੱਕ ਬਹੁਤ ਸਮੱਸਿਆ 'ਚ ਨਾ ਆ ਜਾਣ ਇਹ ਗੱਲ ਨਹੀਂ ਕਰਦੇ। ਔਰ ਔਰਤਾਂ ਦੇ ਮਾਮਲੇ 'ਚ ਇਹ ਗੱਲ ਤਾਂ ਹੋਰ ਵੀ ਖਰਾਬ ਹੋ ਜਾਂਦੀ ਜਦੋਂ ਉਹ ਸ਼ਰਮ ਦੇ ਕਰਕੇ ਆਪਣੇ ਨਾਲ ਦੇ ਨੂੰ ਵੀ ਨਹੀਂ ਦੱਸ ਸਕਦੀਆਂ, ਖਾਸ ਕਰ ਔਰਤ ਜੋ ਮਹਿਲਾ ਸਾਥੀ ਹੈ ਉਹਦੇ ਨਾਲ ਵੀ ਗੱਲ ਨਹੀਂ ਕਰਦੀਆਂ। ਇਸੇ ਕਰਕੇ ਅਸੀਂ ਡਾਕਟਰ ਸੁਖਵਿੰਦਰ ਹੋਰਾਂ ਨੂੰ ਆਪਣੇ ਨਾਲ ਲਿਆ ਤਾਂ ਕਿ ਉਹਨਾਂ ਦੀ ਜ਼ੁਬਾਨੀ ਅਸੀਂ ਸਮਝੀਏ ਕਿ ਇਸ ਦਾ ਇਲਾਜ ਔਰ ਇਸ ਦੇ ਬਾਰੇ ਗੱਲ ਕਰਨਾ ਕਿੰਨਾ ਜ਼ਰੂਰੀ ਹੈ। ਛੋਟੇ ਬੱਚੇ ਨੇ, ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਮੈਨੂੰ ਕੀ ਸਮੱਸਿਆ ਹੈ। ਜਿਹੜੀਆਂ ਮਾਵਾਂ ਨੇ ਜਾਂ ਘਰ 'ਚ ਔਰਤਾਂ ਨੇ ਉਹ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਜਾਂਚਣ, ਕਿਉਂਕਿ ਇਹ ਬੜਾ ਜ਼ਰੂਰੀ ਹੈ ਡੇਲੀ ਬੇਸਿਸ ਤੇ ਕਿ ਉਹਨਾਂ ਨੂੰ, ਕਿਉਂਕਿ ਦੱਸ ਨਹੀਂ ਸਕਦੇ ਬੀਇੰਗ ਲੇਡੀ ਉਹ ਕਿਹੜੀ ਗੱਲਾਂ ਦਾ ਧਿਆਨ ਰੱਖਣ ਕਿ ਸਹੀ ਸਮੇਂ ਤੇ ਡਾਕਟਰ ਕੋਲ ਆ ਸਕਣ। ਜੀ ਬਿਲਕੁਲ। ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੂੰਗੀ ਕਿਉਂਕਿ ਸਾਡੇ ਕੋਲ ਜਿਹੜੇ ਪੇਸ਼ੈਂਟਸ ਨੇ ਉਹ ਹਰ ਕਿਸੇ ਜੈਂਡਰ ਦੇ ਜਾਂ ਫਿਰ ਬਜ਼ੁਰਗ ਬੱਚੇ ਸਭ ਆਉਂਦੇ ਨੇ, ਤਾਂ ਵੂਮੈਨਸ ਨੂੰ ਕੋਈ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅਸੀਂ ਇੱਥੇ ਪ੍ਰੀ ਕਾਉਂਸਲਿੰਗ ਦਿੰਦੇ ਹਾਂ ਪੇਸ਼ੈਂਟਸ ਨੂੰ। ਉਹਦੇ ਵਿੱਚ ਕੀ ਹੈ ਕਿ ਮਹਿਲਾਵਾਂ ਦੀ ਪੂਰੀ ਟੀਮ ਹੈ, ਸਾਡੇ ਕੋਲ ਸਟਾਫ ਹੈ ਪੂਰਾ, ਤਾਂ ਮਹਿਲਾਵਾਂ ਨੂੰ ਕੋਈ ਵੀ ਡਰਨ ਜਾਂ ਝਿਜਕਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਬਾਹਰ ਜਾ ਕੇ ਚੈੱਕਅਪ ਨਹੀਂ ਕਰਾ ਸਕਦੇ, ਜੈਂਟਸ ਡਾਕਟਰ ਹੋਣਗੇ, ਇਸੇ ਕਰਕੇ ਉਹ ਸ਼ਰਮ ਦੇ ਮਾਰੇ ਬਿਮਾਰੀ ਨੂੰ ਵਧਾ ਲੈਂਦੇ ਨੇ। ਤਾਂ
ਤਾਂ ਇਸ ਕਰਕੇ ਤੁਸੀਂ ਜੀ ਸਦਕੇ ਇੱਥੇ ਆ ਸਕਦੇ ਹੋ, ਸਾਨੂੰ ਇੱਥੇ ਡਾਇਗਨੋਸਿਸ ਅਤੇ ਆਪਣਾ ਇਲਾਜ ਕਰਵਾ ਸਕਦੇ ਹੋ। ਦੂਸਰੀ ਚੀਜ਼ ਰਹੀ ਕਿ ਬੱਚਿਆਂ ਦੇ ਵਿੱਚ ਕੀ ਹੁੰਦਾ ਹੈ ਕਿ ਕਿਉਂਕਿ ਜਿਹੜੀ ਕਲੀਨਿੰਗ ਹੈ ਉਹ ਤਾਂ ਮਦਰ ਨੇ ਹੀ ਕਰਨੀ ਹੁੰਦੀ ਹੈ, ਤਾਂ ਅਸੀਂ ਫਸਟ ਜਿਹੜਾ ਪ੍ਰੀਵੈਂਸ਼ਨ ਲਈ ਇਹ ਦੱਸਦੇ ਹਾਂ ਕਿ ਜਿੱਦਾਂ ਅੱਜ ਕੱਲ੍ਹ ਡਾਈਪਰਸ ਦਾ ਯੂਜ਼ ਬਹੁਤ ਜ਼ਿਆਦਾ ਹੁੰਦਾ ਹੈ ਛੋਟੇ ਬੱਚਿਆਂ ਦੇ ਵਿੱਚ, ਤਾਂ ਕਿਉਂਕਿ ਵਰਕਿੰਗ ਵੂਮਨ ਨੇ ਉਹਨੂੰ ਕੀ ਅਵੋਇਡ ਕਰਦੇ ਆ ਕਿ ਉਹ ਨੈਚੁਰਲ ਤਰੀਕੇ ਨਾਲ ਜਾਣ, ਤਾਂ ਉਹਨਾਂ ਕੋਲ ਹੈਲਪਲੈਸ ਵੀ ਹੁੰਦੇ ਆ ਕਈ ਵਾਰ, ਤਾਂ ਉਹ ਓਵਰ ਯੂਜ਼ ਕਰਦੇ ਆ। ਬਟ ਅਸੀਂ ਇਹ ਕਹਿਣਾ ਚਾਹਾਂਗੇ ਜਦੋਂ ਤੁਸੀਂ ਵਰਕ 'ਤੇ ਨਹੀਂ ਹੋ ਜਾਂ ਘਰ ਹੋ, ਨਾਈਟ ਦੇ ਟਾਈਮ ਤੁਸੀਂ ਬੱਚੇ ਨੂੰ ਡਾਈਪਰ ਫ੍ਰੀ ਰੱਖੋ, ਕਿਉਂਕਿ ਜਿਹੜੀ ਫਿਸਟਲਾ ਵਰਗੀ ਬਿਮਾਰੀ ਹੈ ਉਹ ਅਨਹਾਈਜੀਨ ਕਰਕੇ ਹੁੰਦੀ ਹੈ। ਮਦਰਸ ਨੇ ਜਿਹੜੀਆਂ ਉਹ ਕਲੀਨਿੰਗ ਕਰ ਰਹੀਆਂ, ਅਗਰ ਉਹਨਾਂ ਨੂੰ ਹੱਥ 'ਤੇ ਕੋਈ ਮਾਸ ਮਹਿਸੂਸ ਹੁੰਦਾ ਹੈ ਬੱਚੇ ਦੇ ਐਨਲ ਏਰੀਆ ਤੋਂ ਬਾਹਰ ਆ ਰਿਹਾ, ਜਾਂ ਫਿਰ ਉਹਨਾਂ ਦੇ ਹੱਥ 'ਤੇ ਕੋਈ ਬਲੀਡਿੰਗ ਆਉਂਦੀ ਹੈ ਜਾਂ ਬਲੱਡ ਲੱਗ ਰਿਹਾ ਹੈ, ਤਾਂ ਉਹ ਬਿਮਾਰੀ ਹੋ ਸਕਦੀ ਹੈ ਅੰਦਰ ਐਨਲ ਏਰੀਆ ਦੇ ਵਿੱਚ, ਕਿਉਂਕਿ ਰੈਕਟਲ ਪੋਲਿਪ ਹੈ ਜਿਹੜਾ ਉਹ ਤਾਂ ਬਹੁਤ ਹੀ ਕਾਮਨ ਹੈ ਬੱਚਿਆਂ ਦੇ ਵਿੱਚ, ਕਿਉਂਕਿ ਉਹ ਇੱਕ ਐਕਸਟਰਾ ਗਰੋਥ ਹੁੰਦੀ ਹੈ, ਬਿਨਾਈਨ ਗਰੋਥ ਹੁੰਦੀ ਹੈ। ਉਹ ਕਿਸੇ ਮਤਲਬ 10 ਦੇ ਵਿੱਚੋਂ 5-6 ਬੱਚਿਆਂ ਦੇ ਵਿੱਚ ਹੋ ਜਾਂਦਾ ਹੈ। ਜੇ ਤੁਸੀਂ ਡਾਈਪਰ ਦੀ ਗੱਲ ਕਰਦੇ ਹੋ, ਅਡਲਟ ਡਾਈਪਰ ਦੀ ਵੀ ਗੱਲ ਹੁੰਦੀ ਹੈ, ਜਿਨ੍ਹਾਂ ਦੀ ਏਜ ਜ਼ਿਆਦਾ ਹੋ ਜਾਂਦੀ ਹੈ ਉਹਨਾਂ ਨੂੰ ਅਡਲਟ ਡਾਈਪਰ ਯੂਜ਼ ਕਰਨਾ ਪੈਂਦਾ ਹੈ, ਉਹਨਾਂ ਲਈ ਵੀ ਕਿਸ ਤਰ੍ਹਾਂ ਦਾ ਪ੍ਰੀਕਾਸ਼ਨਸ ਲੈਣਾ ਜ਼ਰੂਰੀ ਹੈ? ਜੀ ਬਿਲਕੁਲ, ਜਿਹੜੇ ਵੀ ਕਿਉਂਕਿ ਜਿਹੜੇ ਸਾਡੇ ਬਜ਼ੁਰਗ ਹੁੰਦੇ ਨੇ ਜਾਂ ਫਿਰ ਕਿਸੇ ਵੀ ਕਾਰਨ ਉਹਨਾਂ ਨੂੰ ਬੈੱਡ ਰਿਡਨ ਰਹਿਣਾ ਪੈਂਦਾ, ਕਈ ਵਾਰ ਐਕਸੀਡੈਂਟ ਤੋਂ ਬਾਅਦ ਹੋ ਜਾਂਦਾ ਹੈ ਕਿ ਉਹ ਸਟੂਲ ਨਹੀਂ ਜਾ ਸਕਦੇ ਜਾਂ ਫਿਰ ਯੂਰਿਨ ਪਾਸ ਕਰਨ ਨਹੀਂ ਜਾ ਸਕਦੇ ਟੋਇਲਟ ਦੇ ਵਿੱਚ, ਤਾਂ ਉਹਦੇ ਵਿੱਚ ਕੀ ਹੈ ਕਿ ਮੈਂ ਉਹੀ ਚੀਜ਼ ਦੱਸੀ ਕਿ ਹਾਈਜੀਨ ਬਹੁਤ ਜ਼ਿਆਦਾ ਜ਼ਰੂਰੀ ਹੈ। ਤਾਂ ਹਾਈਜੀਨ ਦੇ ਵਿੱਚ ਇਹ ਰਹਿੰਦਾ ਹੈ ਕਿ ਅਗਰ ਤੁਸੀਂ ਇਸ ਚੀਜ਼ ਤੋਂ ਬਚਣਾ ਚਾਹੁੰਦੇ ਹੋ ਕਿ ਤੁਹਾਨੂੰ ਫਿਸ਼ਰ ਜਾਂ ਫਿਸਲਾ ਨਾ ਬਣੇ, ਉਹਦੇ ਵਾਸਤੇ ਜਿੱਦਾਂ ਡਾਈਪਰਸ ਯੂਜ਼ ਕਰ ਰਹੇ ਹੋ ਉਹਨੂੰ ਟਾਈਮਲੀ ਤੁਸੀਂ ਆਫਟਰ 2 ਆਵਰਸ ਜਿਹੜਾ ਹੈ ਚੇਂਜਿੰਗ ਜ਼ਰੂਰੀ ਹੈ। ਉਹ ਦੂਸਰੀ ਚੀਜ਼, ਜਦੋਂ ਵੀ ਤੁਸੀਂ ਉਹਨੂੰ ਚੇਂਜ ਕਰ ਰਹੇ ਹੋ ਤੁਸੀਂ ਉੱਥੇ ਪਾਊਡਰ ਸਪ੍ਰਿੰਕਲ ਕਰਨਾ ਹੈ ਤਾਂ ਕਿ ਉਹ ਮੋਇਸਚਰਾਈਜੇਸ਼ਨ ਜਾਂ ਹਿਊਮਿਡਿਟੀ ਉੱਥੇ ਨਾ ਰਵੇ। ਕਿ ਸਰੀਰ ਤੁਹਾਡਾ ਆਪਣਾ ਹੈ, ਸਿਹਤ ਤੁਹਾਡੀ ਆਪਣੀ ਹੈ, ਜੇਕਰ ਤੁਸੀਂ ਇਸ ਦਾ ਧਿਆਨ ਨਹੀਂ ਰੱਖੋਗੇ ਤਾਂ ਦੁਨੀਆ ਦਾ ਕੋਈ ਵੀ ਸ਼ਖਸ ਇਸ ਦਾ ਧਿਆਨ ਨਹੀਂ ਰੱਖੇਗਾ। ਹਾਂ, ਜੇ ਸਮੱਸਿਆ ਹੋ ਗਈ ਹੈ ਤਾਂ ਸਟੀਕ ਔਰ ਸਹੀ ਹਸਪੀਟਲ ਵਿੱਚ ਜਾਓ, ਜਿਵੇਂ ਜਨਤਾ ਪਾਇਲਸ ਹਸਪੀਟਲ ਹੈ, ਜਾਂ ਜੋ ਕੁਆਲੀਫਾਈਡ ਡਾਕਟਰਸ ਹੈ ਉਹਨਾਂ ਕੋਲ ਜਾਓ। ਸੋਸ਼ਲ ਮੀਡੀਆ ਤੋਂ ਦੇਖ ਕੇ